ਅਸਲਾਮ ਵਾਲੇਕੁਮ ਦੋਸਤੋ। ਤੋਕੋ ਇਹ ਸੀ ਕਿ ਜਦੋਂ ਜਲਸਾ ਹੋਇਆ ਤਹਿਰੀਕ ਇਨਸਾਫ ਦਾ ਔਰ ਉਸ ਤੋਂ ਬਾਅਦ ਸਾਨੂੰ ਕੁਝ ਐਪੀਸੋਡਸ ਦੇਖਣ ਨੂੰ ਮਿਲੇ, ਪਕੜ ਧੱਕੜ ਹੋਈ ਔਰ ਗ੍ਰਿਫਤਾਰੀਆਂ ਹੋਈਆਂ ਅਤੇ ਲੱਗਦਾ ਇੰਝ ਸੀ ਕਿ ਜਿਵੇਂ ਇੱਕ ਦਫਾ ਫਿਰ ਜਿਹੜੀ ਰਿਆਇਤ ਥੋੜ੍ਹੀ ਜਿਹੀ ਮਿਲ ਰਹੀ ਸੀ PTI ਨੂੰ, ਉਹ ਰਿਆਇਤ ਤੋਂ ਬਾਅਦ ਮਜ਼ੀਦ ਹਾਲਾਤ ਇਹਦੇ ਵਾਸਤੇ ਸਖਤ ਹੋ ਜਾਣਗੇ। ਲੋਕਾਂ ਨੇ ਤਬਸਰਾ ਵੀ ਇੰਝ ਦਾ ਹੀ ਕੀਤਾ ਕਿ ਲੱਗਦਾ ਹੈ ਹੁਣ ਦੁਬਾਰਾ ਤੋਂ ਸਖਤੀ ਹੋ ਜਾਏਗੀ ਔਰ ਇਹਨਾਂ ਨੂੰ ਉਹ ਜਿਹੜੀ ਗੁੰਜਾਇਸ਼ ਮਿਲੀ ਸੀ ਸਿਆਸੀ ਇਜ਼ਹਾਰ ਦੀ ਉਹ ਨਹੀਂ ਮਿਲੇਗੀ। ਲੇਕਿਨ ਜਿਸ ਤਰ੍ਹਾਂ ਵਾਕਿਆਤ ਅੱਗੇ ਵਧੇ ਤੇ ਸਾਨੂੰ ਲੱਗਾ ਕਿ ਇਹ ਵਾਲਾ ਗੁਮਾਨ ਵੀ ਗਲਤ ਸੀ ਔਰ ਸੂਰਤ ਹਾਲ ਸਾਡੀ ਸਭ ਦੀ ਤੋਕੋ ਦੇ ਖਿਲਾਫ ਇੱਕ ਹੋਰ ਟਰਨ ਲੈ ਲਿਆ। ਔਰ ਉਹ ਟਰਨ ਇਹ ਵੇ ਕਿ ਤਹਿਰੀਕ ਇਨਸਾਫ ਨੇ ਮੁਜ਼ਾਹਮਤ ਦਾ ਜਿਹੜਾ ਫੈਸਲਾ ਕੀਤਾ, ਯਾਨੀ ਪਹਿਲੇ ਉਹ ਦਿਫਾ ਕਰ ਰਹੇ ਸਨ। 9 ਮਈ ਦੇ ਵਾਕਿਆਤ ਤੋਂ ਬਾਅਦ ਮੁਸਲਸਲ ਉਹਨਾਂ ਨੇ ਜਿਹੜੀ ਸਿਆਸਤ ਇਖਤਿਆਰ ਕੀਤੀ ਉਹਦੇ ਵਿੱਚ ਇਹ ਹੁੰਦਾ ਸੀ ਕਿ ਮਾਜ਼ਰਤ ਖਾਨਾ ਰਵੱਈਆ ਵੀ ਹੁੰਦਾ ਸੀ ਔਰ ਖੁੱਲ੍ਹ ਕੇ ਉਹ ਕਿਤੇ ਆਪਣੇ ਮੌਕਫ ਜਿਹੜਾ ਉਹ ਵੀ ਪੇਸ਼ ਨਹੀਂ ਸੀ ਕਰ ਰਹੇ। ਲੇਕਿਨ ਹੁਣ ਇਸ ਜਲਸੇ ਤੋਂ ਬਾਅਦ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਕੁਝ એનર્ਜੀ ਇੰਜੈਕਟ ਹੋਈ ਹੈ ਔਰ ਉਸ એનર્ਜੀ ਨੂੰ ਇਸਤੇਮਾਲ ਕਰਕੇ ਉਹਨਾਂ ਨੇ ਤੈਅ ਕੀਤਾ ਕਿ ਪਾਰਲੀਮੈਂਟ ਦੇ ਅੰਦਰ ਔਰ ਪਾਰਲੀਮੈਂਟ ਦੇ ਬਾਹਰ ਐਗਰੈਸਿਵ ਇੱਕ ਹਿਕਮਤ ਅਮਲੀ ਇਖਤਿਆਰ ਕੀਤੀ ਜਾਏਗੀ ਜਾਰਿਹਾਨਾ। ਔਰ ਉਹਨਾਂ ਦੇ ਬਿਆਨਾਂ 'ਤੇ ਵੀ ਸਾਨੂੰ ਲੱਗਾ ਪਤਾ। ਤੁਸੀਂ ਸੁਣੀਆਂ ਹੋਣੀਆਂ ਨੇ ਉਹ ਤਕਰੀਰਾਂ ਕੌਮੀ ਅਸੈਂਬਲੀ ਦੇ ਵਿੱਚ ਜਿਹੜੀਆਂ ਹੋਈਆਂ। ਗਵਰਨਮੈਂਟ ਦੇ ਲੋਕਾਂ ਨੇ ਤਾਂ ਖੈਰ ਜੋ ਕੀਤੀ ਉਹ ਅਲੱਗ ਗੱਲ ਹੈ, ਲੇਕਿਨ ਸਾਡਾ ਮੁਤਮਾ ਨਜ਼ਰ ਇਹ ਸਿਆਸੀ ਸੂਰਤ ਹਾਲ ਨੂੰ ਇਹ ਮੁਜ਼ਾਹਮਤ ਦੇ ਹਵਾਲੇ ਨਾਲ ਥੋੜ੍ਹਾ ਜਿਹਾ ਡਿਸਕਸ ਕਰਨਾ ਅਤੇ ਉਸੇ ਤਨਾਜ਼ਰ ਦੇ ਵਿੱਚ ਹੀ ਇਹ ਗੱਲ ਕਰਾਂਗੇ। ਮਸਲਨ ਉੱਥੇ ਉਮਰ ਅਯੂਬ ਨੇ ਜਿਹੜੀ ਤਕਰੀਰ ਕੀਤੀ, ਜਿਹੜੀ ਸ਼ੰਦਾਨਾ ਗੁਲਜ਼ਾਰ ਨੇ ਤਕਰੀਰ ਕੀਤੀ, ਜਿਹੜੀ ਸ਼ੇਰ ਅਫਜ਼ਲ ਮਰਵਤ ਨੇ ਤਕਰੀਰ ਕੀਤੀ ਔਰ ਜਿਹੜੀ ਸ਼ੇਖ ਵਕਾਸ ਅਕਰਮ ਨੇ ਤਕਰੀਰ ਕੀਤੀ। ਇਹਨਾਂ ਤਕਰੀਰਾਂ ਦੇ ਇਹ ਸਾਰੇ ਉਹ ਲੋਕ ਨੇ ਜਿਨ੍ਹਾਂ ਨੂੰ ਗ੍ਰਿਫਤਾਰੀਆਂ ਵੀ ਹੋਈਆਂ, ਫਿਰ ਫੜੇ ਗਏ, ਛੱਡੇ ਗਏ, ਸਾਰਾ ਕੁਝ ਸਪੀਕਰ ਦੀ ਮੁਦਾਖਲਤ ਤੋਂ ਬਾਅਦ। ਇਸ ਤਕਰੀਰਾਂ ਨੂੰ ਸੁਣਦੇ ਹੋਏ ਮੈਨੂੰ ਇਹ ਅੰਦਾਜ਼ਾ ਹੋਇਆ ਕਿ ਇਹ ਹੁਣ ਕਿਹੜੇ ਪਾਸੇ ਜਾ ਰਹੀ ਹੈ ਸਿਆਸਤ ਸਾਡੀ। ਉਹਨਾਂ ਖੁੱਲ੍ਹ ਕੇ ਗੱਲ ਕਰ ਰਹੇ ਨੇ ਕਿ ਜਿਹੜੇ ਕਾਨੂੰਨ ਨਾਫਜ਼ ਕਰਨ ਵਾਲੇ ਇਦਾਰੇ ਨੇ ਉਹਨਾਂ ਦੀ ਹਿਕਮਤ ਅਮਲੀ ਔਰ ਹੁਕੂਮਤ ਦੀ ਹਿਕਮਤ ਅਮਲੀ ਦੀ ਇੱਕ ਲਫ਼ਜ਼ ਇਸਤੇਮਾਲ ਹੁੰਦਾ ਮੁਜ਼ਹਿਕਾ ਖੇਜ਼ ਜਾਂ ਠੱਠਾ ਉਡਾਉਣਾ, ਅਤੇ ਇਹ ਸਾਨੂੰ ਉਸ ਤਕਰੀਰਾਂ 'ਚ ਇੰਝ ਹੀ ਲੱਗਾ ਕਿ ਹੁਣ PTI ਵਾਲੇ ਜਿਹੜੇ ਨੇ ਉਹ ਹੁਕੂਮਤ ਔਰ ਕਾਨੂੰਨ ਨਾਫਜ਼ ਕਰਨ ਵਾਲੇ ਜਿਹੜੇ ਇਦਾਰੇ ਨੇ ਉਹਨਾਂ ਦੀ ਹਿਕਮਤ ਅਮਲੀ ਦਾ ਠੱਠਾ ਉਡਾਉਣ ਡਏ ਨੇ, ਟਿਚਕਰਾਂ ਉਹਨਾਂ ਨੂੰ ਕਰਨ ਡਏ ਨੇ। ਪੰਜਾਬੀ ਦੇ ਵਿੱਚ ਬੜਾ ਸੋਹਣਾ ਇੱਕ ਲਫ਼ਜ਼ ਸੀਗਾ ਵੇ ਟਿਚਕਰ, ਅਤੇ ਟਿਚਕਰਾਂ ਉਹਨਾਂ ਨੂੰ ਕਰਦੇ ਪਏ ਨੇ। ਇਹ ਯਾਦ ਰੱਖੋ ਕਿ ਉਹ ਸੂਰਤ ਹਾਲ ਤੋਂ ਬਾਅਦ ਇਹ ਕਿ ਜਦੋਂ ਗ੍ਰਿਫਤਾਰੀਆਂ ਹੋ ਰਹੀਆਂ ਨੇ, ਜਦੋਂ ਲੋਕਾਂ ਨੂੰ ਫੜ ਕੇ ਮਾਰਿਆ ਕੁੱਟਿਆ ਜਾ ਰਿਹਾ ਹੈ, ਉਹਦੇ ਤੋਂ ਬਾਅਦ ਅਤੇ ਇਹ ਦੱਸਦੀ ਇਹ ਵੇ ਸੂਰਤ ਹਾਲ ਕਿ ਜਿਹੜਾ ਖੌਫ ਹੈਗਾ ਵੇ ਇਹ ਹਕੂਮਤ ਦਾ ਔਰ ਪੁਲਿਸ ਦੇ ਜਿਹੜੇ ਦਬਾਅ ਰਿਹਾ ਵੇ ਉਹ ਖੌਫ ਖਤਮ ਹੋ ਗਿਆ। ਅਤੇ ਇਸ ਖਤਮ ਹੋਣ ਤੋਂ ਬਾਅਦ ਹਕੂਮਤ ਜਿਹੜੀ ਹੈ ਉਹ ਕਿੰਨੀ ਦੇਰ ਤੱਕ ਇਸ ਸੂਰਤ ਹਾਲ ਨੂੰ ਫੇਸ ਕਰ ਸਕਦੀ। ਪਹਿਲੇ ਹਕੂਮਤ ਇਸ ਵਾਸਤੇ ਸ਼ਾਇਦ ਮੁਤਮਈਨ ਸੀ ਕਿ ਤਹਿਰੀਕ ਇਨਸਾਫ ਨੂੰ ਥੋੜ੍ਹਾ ਜਿਹਾ 9 ਮਈ ਦਾ ਰੈਫਰੈਂਸ ਦੇ ਕੇ ਔਰ ਬਾਕੀ ਚੀਜ਼ਾਂ ਦੀ ਵਜ੍ਹਾ ਨਾਲ ਇੱਕ ਪਾਸੇ ਰੱਖਿਆ ਹੋਇਆ ਸੀ, ਇੱਕ ਸਤ੍ਹਾ ਦੇ ਉੱਤੇ ਰੱਖਿਆ ਸੀ। ਲੇਕਿਨ ਹੁਣ ਜਦੋਂ ਉਹਨੂੰ ਖਾਤਰ 'ਚ ਹੀ ਨਹੀਂ ਲਿਆ ਰਹੇ ਉਸ ਗੱਲ ਨੂੰ ਔਰ ਆਪਣਾ ਜਿਹੜਾ ਕਾਊਂਟਰ ਨੈਰੇਟਿਵ ਹੈ ਉਹ ਦੇ ਰਹੇ ਨੇ, ਅਤੇ ਇਹਦਾ ਮਤਲਬ ਕੀ ਹੋਇਆ ਕਿ ਹਕੂਮਤ ਹੁਣ ਪਿੱਛੇ ਹਟੇਗੀ। ਅੱਜ ਨਹੀਂ ਕੱਲ੍ਹ, ਕਿਉਂਕਿ ਮੈਂ ਇਹ ਤਜਜ਼ੀਆ ਇਸ ਵਾਸਤੇ ਕਰਨਾ ਪਿਆ ਵਾਂ ਜਾਂ ਇਹ ਗੱਲ ਇਸ ਵਾਸਤੇ ਕੀਤੀ ਹੈ, ਹਕੂਮਤ ਕੋਲ ਕੋਈ ਐਸਾ ਕਾਊਂਟਰ ਕਰਨ ਵਾਲਾ ਆਰਗੂਮੈਂਟ ਨਹੀਂ ਹੈਗਾ। ਔਰ ਆਰਗੂਮੈਂਟ ਆਉਂਦੇ ਕਿੱਥੋਂ ਨੇ? ਆਰਗੂਮੈਂਟ ਆਉਂਦੇ ਨੇ ਤੁਹਾਡੀ ਜਿਹੜੀ ਇੱਕ ਅਖਲਾਕੀ ਪੋਜੀਸ਼ਨ ਹੁੰਦੀ ਹੈ, ਤੁਹਾਡੀ ਲੀਗਲ ਪੋਜੀਸ਼ਨ ਹੁੰਦੀ, ਉਹਦੇ ਤੋਂ ਆਉਂਦੇ ਨੇ ਆਰਗੂਮੈਂਟ ਤੁਹਾਡੇ ਕੋਲ, ਅਤੇ ਹਕੂਮਤ ਕੋਲ ਦੋਵੇਂ ਨਹੀਂ ਹੈਗੇ। ਦੂਸਰੀ ਜਿਹੜੀ ਗੱਲ ਇਹ ਵੀ ਕਿ ਹਕੂਮਤ ਦੀਆਂ ਸਫਾਂ ਦੇ ਵਿੱਚ ਬੜੇ ਬੜੇ ਲੋਕ ਬੈਠੇ ਨੇ, ਮਸ਼ਹੂਰ ਲੋਕ ਹੈਗੇ ਨੇ, ਲੇਕਿਨ ਇਹ ਸਾਰੇ ਲੋਕ ਉਹ ਨੇ ਜਿਨ੍ਹਾਂ ਦੇ ਤੁਸੀਂ ਕਹਿ ਲਵੋ ਕਿ ਕੋਈ ਸ਼ੋਹਰਤ ਠੀਕ ਨਹੀਂ ਹੈਗੀ। ਜਿਹੜੇ ਚੰਗੀ ਸ਼ੋਹਰਤ ਵਾਲੇ ਲੋਕ ਉਹਨਾਂ ਦੇ ਕੋਲ ਹੈਗੇ ਨੇ ਉਹਨਾਂ ਨੇ ਜ਼ਿੰਮੇਦਾਰੀਆਂ ਨਹੀਂ ਦਿੱਤੀਆਂ। ਯਾਨੀ ਉਹ ਵਜ਼ੀਰ ਇਤਲਾਤ ਐਸਾ ਕੋਈ ਨਹੀਂ ਹੈਗਾ ਕਿ ਜਿਹੜਾ ਆਪਣੀ ਗੱਲ ਤਰੀਕੇ ਨਾਲ ਕਰ ਸਕੇ। ਪੰਜਾਬ ਦੇ ਵਿੱਚ ਤਾਂ ਬਹੁਤ ਹੀ ਬੱਤਰ ਸੂਰਤ ਹਾਲ ਹੈ ਔਰ ਮੈਨੂੰ ਖਦਸ਼ਾ ਇਹ ਵੀ ਪੰਜਾਬ ਦੇ ਰੈਫਰੈਂਸ ਨਾਲ ਕਿ ਅਗਰ ਕਦੀ ਇੱਥੇ ਆ ਗਈ ਤਹਿਰੀਕ ਇਨਸਾਫ ਦੀ ਹਕੂਮਤ ਅਤੇ ਇਸੇ ਟਰੈਂਡ ਨੂੰ ਅਗਰ ਫਾਲੋ ਕੀਤਾ, ਮਤਲਬ ਪਹਿਲੇ ਵੀ ਇਹ ਟਰੈਂਡ ਜਿਹੜਾ ਸੀ ਇਹ ਤਹਿਰੀਕ ਇਨਸਾਫ ਨਹੀਂ ਬਹਰਹਾਲ ਪਾਇਆ ਇੱਥੇ ਕਿ ਉਹ ਚੌਹਾਨ ਸਾਹਿਬ ਨੂੰ ਇੱਥੇ ਵਜ਼ੀਰ ਬਣਾ ਦਿੱਤਾ ਔਰ ਉਹਨੂੰ ਮਜ਼ੀਦ ਅੱਗੇ ਬੁਰਾ ਜਿਹੜਾ ਟਰੈਂਡ
ਉਹ ਮੁਸਲਿਮ ਲੀਗ ਨੇ ਹੋਣ, ਅਸਮਾ ਬੁਖਾਰੀ ਨੂੰ ਲਿਆ ਕੀਤਾ। ਅਤੇ ਮੈਨੂੰ ਇਹ ਖਦਸ਼ਾ ਕਿ ਅਗਲੀ ਜਿਹੜੀ ਵਜ਼ੀਰ ਹੈਗੀ ਪੰਜਾਬ ਦੇ ਵਿੱਚ, ਜਦੋਂ ਕਦੀ ਤਹਿਰੀਕ ਇਨਸਾਫ ਦੀ ਜੇ ਹੁਕੂਮਤ ਬਣ ਗਈ ਅਤੇ ਫਿਰ ਉਹ ਆਏਗੀ ਸਨਮ ਜਵੇਦ, ਅਤੇ ਉਦੋਂ ਕਿਸ ਤਰ੍ਹਾਂ ਗੁਫ਼ਤਗੂ ਹੋਵੇਗੀ ਇਹ ਵੀ ਤੁਸੀਂ ਅੰਦਾਜ਼ਾ ਕਰ ਲਵੋ। ਅਤੇ ਇਹ ਸਾਰੀ ਸੂਰਤ ਹਾਲ ਇਸ ਪਾਸੇ ਤਾਂ ਵਧਣ ਰਹੀ ਹੈ ਕਿ ਜਿਹੜੀਆਂ ਸਿਆਸੀ ਜਮਾਤਾਂ ਨੇ ਉਹਨਾਂ ਦੇ ਵਿੱਚ ਦਾਨਿਸ਼ਮੰਦ ਲੋਕਾਂ ਦੀ ਕਮੀ ਵਾਕਿਆ ਹੋ ਰਹੀ। ਫੜ ਲਓ ਲੋਕ ਨੇ, ਨਾਰੇ ਬੜਕਾ ਮਾਰਨ ਵਾਲੇ ਲੋਕ ਨੇ, ਉਹ ਬੰਦੇ ਨਹੀਂ ਹੈਗੇ ਹੁਣ ਕਿ ਜਿਹੜੇ ਮਾਮਲਾ ਨੂੰ ਸੁਲਝਾ ਸਕਣ। ਔਰ ਇਹ ਸਾਰੀ ਸੂਰਤ ਹਾਲ ਦੇ ਵਿੱਚ ਪੀਪਲਸ ਪਾਰਟੀ ਨੂੰ ਅਗਰ ਕਿਤੇ ਐਜ ਹੈਗਾ ਤਾਂ ਉਹ ਇਹੋ ਹੀ ਹੈਗਾ ਵੀ ਉਹਨਾਂ ਦੀ ਸਾਰੀ ਖਰਾਬੀਆਂ ਦੇ ਬਾਵਜੂਦ ਕਿ ਉਹਨਾਂ ਕੋਲ ਅੱਜ ਵੀ 2 4 5 ਐਸੇ ਬੰਦੇ ਹੈਗੇ ਨੇ ਕਿ ਜਿਹੜੇ ਮੁਖਾਲਫ ਦੀ ਵੀ ਗੱਲ ਤਹੱਮਲ ਨਾਲ ਬਰਦਾਸ਼ਤ ਕਰ ਸਕਦੇ ਨੇ ਔਰ ਉਹ ਫਿਜ਼ਾ ਦੇ ਵਿੱਚ ਕਿਸੇ ਮੁਸਾਲਹਤ ਵਾਸਤੇ ਵੀ ਕਿਰਦਾਰ ਅਦਾ ਕਰ ਸਕਦੇ। ਸ਼ਾਇਦ ਇਹਦਾ ਅੰਦਾਜ਼ਾ ਹਕੂਮਤ ਨੂੰ ਔਰ ਅਪੋਜੀਸ਼ਨ ਦੋਵਾਂ ਨੂੰ ਹੋਇਆ। ਇਸੇ ਵਾਸਤੇ ਜਿਹੜੀ ਕਮੇਟੀ ਪਾਰਲੀਮਾਨੀ ਇੱਕ ਬਣੀ, ਸਪੀਕਰ ਨੇ ਉਹਨੂੰ ਕਮੇਟੀ ਬਣਾਉਣ ਦਾ ਫੈਸਲਾ ਕੀਤਾ, ਪਾਰਲੀਮਾਨੀ ਕਮੇਟੀ ਬਣੀ, ਉਹਦੀ ਸਰਬਰਾਹੀ ਜਿਹੜੀ ਹੈ ਉਹ ਸੈਯਦ ਖੁਰਸ਼ੀਦ ਸ਼ਾਹ ਨੂੰ ਦਿੱਤੀ ਗਈ। ਖੁਰਸ਼ੀਦ ਸ਼ਾਹ ਪੀਪਲਸ ਪਾਰਟੀ ਦੇ ਸਿਰ ਕੱਢਵੇਂ ਲੀਡਰ ਨੇ ਅਤੇ ਉਹਨਾਂ ਦੇ ਅਪੋਜੀਸ਼ਨ ਲੀਡਰ ਵੀ ਰਹੇ ਨੇ, ਅਸੈਂਬਲੀ ਦੇ ਵਿੱਚ ਮਿਨਿਸਟਰ ਵੀ ਕਈ ਦਫਾ ਰਹੇ ਨੇ, ਅਤੇ ਉਹਨਾਂ ਦੇ ਜਿਹੜੇ ਕਮੇਟੀ ਦਾ ਸਰਬਰਾਹ ਬਣਨਾ ਵੇ, ਇਹਦੇ ਨਾਲ ਲੱਗਦਾ ਹੈ ਕਿ ਥੋੜ੍ਹਾ ਜਿਹਾ ਇੱਕ ਫਿਜ਼ਾ ਜਿਹੜੀ ਹੈ ਪਾਰਲੀਮੈਂਟ ਦੇ ਅੰਦਰ ਉਹ ਬਿਹਤਰ ਹੋਏਗੀ। ਲੇਕਿਨ ਇਹ ਕਮੇਟੀ ਦਾ ਰੋਲ ਚੂँਕਿ ਪਾਰਲੀਮੈਂਟ ਦੇ ਅੰਦਰ ਹੀ ਹੈ ਅਤੇ ਇਬਤਦਾਈ ਤੌਰ 'ਤੇ ਜੋ ਕੁਝ ਹੋ ਰਿਹਾ ਉਹ ਪਾਰਲੀਮੈਂਟ ਦੇ ਅੰਦਰੋਂ ਹੀ ਹੋ ਰਿਹਾ, ਅਤੇ ਅਸੀਂ ਇਹ ਉਮੀਦ ਜ਼ਰੂਰ ਕਰ ਸਕਦੇ ਹਾਂ ਕਿ ਅਗਰ ਇਹ ਤਜਰਬਾ ਕਾਮਯਾਬ ਰਿਹਾ ਪਾਰਲੀਮੈਂਟ ਦੇ ਅੰਦਰ ਕਮੇਟੀ ਬਣਾ ਕੇ ਅਤੇ ਮਾਮਲਾ ਨੂੰ ਸੁਲਝਾਉਣ ਦਾ, ਸਿਆਸੀ ਜਮਾਤਾਂ ਦੇ ਦਰਮਿਆਨ ਇੱਕ ਕੋਆਰਡੀਨੇਸ਼ਨ ਕਾਇਮ ਕਰਨ ਦਾ, ਅਤੇ ਸ਼ਾਇਦ ਫਿਰ ਇਹ ਪਾਰਲੀਮੈਂਟ ਤੋਂ ਬਾਹਰ ਵੀ ਆਏਗਾ ਤਜਰਬਾ, ਅਤੇ ਉਹਦੇ ਵਿੱਚ ਆ ਕੇ ਇਹ ਸਿਆਸੀ ਮੁਫਾਹਮਤ ਜਿਹੜੀ ਉਹਦੇ ਇਮਕਾਨਾਤ ਵੱਧ ਸਕਦੇ ਨੇ। ਲੇਕਿਨ ਹੁਣ ਤੱਕ ਜਿਹੜੀ ਸੂਰਤ ਹਾਲ ਹੈ ਉਹ ਇਹੀ ਦੱਸਦੀ ਕਿ ਹਕੂਮਤ ਜਿਹੜੀ ਹੈ ਉਹ ਜਿਸ ਤਰ੍ਹਾਂ ਪਹਿਲੇ ਕੰਮ ਕਰ ਰਹੀ ਸੀ, ਜਿਸ ਤਰ੍ਹਾਂ ਉਹਦੇ ਅੱਗੇ ਇੱਕ ਸ਼ੀਲਡ ਹੈਗੀ ਸੀ, ਉਹ ਸ਼ੀਲਡ ਮੈਨੂੰ ਹਟਦੀ ਨਜ਼ਰ ਆ ਰਹੀ। ਔਰ ਇਹ ਸ਼ੀਲਡ ਹਟਣ ਤੋਂ ਬਾਅਦ ਅਪੋਜੀਸ਼ਨ ਦੀ ਤਾਕਤਵਰ ਨਰੇਸ਼ਨ ਔਰ ਨੈਰੇਟਿਵ ਦਾ ਕਿੰਨਾ ਕੁ ਸਾਹਮਣਾ ਕਦੋਂ ਤੱਕ ਹੀ ਕਰ ਸਕਦੀ ਹਕੂਮਤ ਜਿਨਦੀ ਕੋਈ ਅਖਲਾਕੀ ਔਰ ਲੀਗਲ ਗਰਾਊਂਡਸ ਨਹੀਂ ਹੈਗੀਆਂ, ਇਹ ਇੱਕ ਅਹਿਮ ਸਵਾਲ ਹੈਗਾ। ਅਤੇ ਇਸ ਸੂਰਤ ਹਾਲ ਨੇ ਪਾਕਿਸਤਾਨ ਦੀ ਸਿਆਸਤ ਨੂੰ ਇੱਕ ਨਵਾਂ ਰੁਖ ਦੇ ਦਿੱਤਾ ਹੈ। ਇਸ ਰੁਖ ਦੀ ਨਿਸ਼ਾਨਦੇਹੀ ਅਸੀਂ ਬਾਰ-ਬਾਰ ਕਰਨੇ ਜਦੋਂ ਵੀ ਕੋਈ ਨਵੀਂ ਗੱਲ ਆਉਂਦੀ ਅਤੇ ਤੁਹਾਡੇ ਗੋਸ਼ਗੁਜ਼ਾਰ ਕਰੀ ਦੀ। ਇਹ ਵੱਖਰੀ ਗੱਲ ਹੈ ਕਿ ਲੋਕ ਜਿਹੜੇ ਨੇ ਉਹ ਮੁਤਵਾਜ਼ਨ ਰਾਏ ਦੇ ਉੱਤੇ ਘੱਟ ਧਿਆਨ ਦਿੰਦੇ ਨੇ, ਉਹਨਾਂ ਨੂੰ ਇੱਕ ਸਿਨਸਨੀਖੇਜ਼ੀ ਚਾਹੀਦੀ ਗੱਲਾਂ ਦੇ ਵਿੱਚ ਔਰ ਗੈਰ ਹਕੀਕੀ ਕੁਝ ਜਿਹੜੇ ਹੈਗੇ ਨੇ ਬਿਆਨੀਏ ਉਹ ਚਾਹੀਦੇ ਹੁੰਦੇ ਨੇ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਆਮ ਹੈ, ਲੇਕਿਨ ਅਸੀਂ ਕਮਿਟ ਕੀਤਾ ਆਪਣੇ ਆਪ ਨਾਲ ਕਿ ਅਸੀਂ ਇਹ ਗੱਲਾਂ ਜਿਹੜੀਆਂ ਨੇ ਸਹੀ ਤਨਾਜ਼ਰ ਦੇ ਵਿੱਚ ਹੀ ਕਰਦੇ ਰਹਾਂਗੇ, ਜਿੱਥੇ ਰਿਆਸਤ ਦਾ, ਜਮਹੂਰੀਅਤ ਦਾ ਔਰ ਪਾਕਿਸਤਾਨ ਦੇ ਲੋਕਾਂ ਦਾ ਭਲਾ ਹੋਏਗਾ, ਅਸੀਂ ਉਸ ਐਂਗਲ ਨੂੰ ਸਾਹਮਣੇ ਰੱਖ ਕੇ ਹੀ ਗੱਲ ਕਰਾਂਗੇ। ਅਤੇ ਜੀਂਦੇ ਰਹੋ, ਵਸਦੇ ਰਹੋ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਅੱਲਾ ਤੁਹਾਡਾ ਹਾਮੀ ਨਾਸਰ ਹੋ।